प्यारे साथियों, स्वागत है तुहाडा अपने यूट्यूब चैनल पंजाब एग्जाम वारियर दे उत्ते। दोस्तों, जिस टॉपिक की अज आपां गल करन जा रहे हैं उस टॉपिक का नाम है शेड्यूल्स ऑफ इंडियन कॉन्स्टिट्यूशन कि जिहड़ा साडा भारती संविधान है ਉਹਦੇ ਵਿੱਚ ਕਿਹੜੇ-ਕਿਹੜੇ ਸ਼ਡਿਊਲ ਨੇ ਤੇ ਉਹਨਾਂ ਸ਼ਡਿਊਲਾਂ ਦੇ ਵਿੱਚ ਅੱਗੇ ਕਿਹੜੀਆਂ-ਕਿਹੜੀਆਂ ਤਜਵੀਜ਼ਾਂ ਰੱਖੀਆਂ ਹੋਈਆਂ ਨੇ ਉਹਨਾਂ ਦੀ ਆਪਾਂ ਚਰਚਾ ਇਸ ਵੀਡੀਓ ਦੇ ਵਿੱਚ ਕਰਾਂਗੇ। ਸਾਥੀਓ, ਜਿਵੇਂ ਤੁਸੀਂ ਜਾਣਦੇ ਹੋ ਕਿ ਜਿਹੜਾ ਸਾਡਾ ਸੰਵਿਧਾਨ ਹੈ ਇਹ 26 ਨਵੰਬਰ 1949 ਨੂੰ ਬਣ ਕੇ ਤਿਆਰ ਹੋ ਗਿਆ ਸੀਗਾ ਤੇ 26 ਜਨਵਰੀ 1950 ਨੂੰ ਜਿਹੜਾ ਸਾਡਾ ਸੰਵਿਧਾਨ ਆ ਉਹ ਲਾਗੂ ਹੁੰਦਾ ਹੈ। ਤਾਂ ਜਿਸ ਟਾਈਮ ਸਾਡਾ ਸੰਵਿਧਾਨ ਬਣ ਕੇ ਤਿਆਰ ਹੋ ਗਿਆ ਸੀਗਾ ਜਾਂ ਜਿਸ ਟਾਈਮ ਸਾਡਾ ਸੰਵਿਧਾਨ ਲਾਗੂ ਹੋਇਆ ਤਾਂ ਉਸ ਵਕਤ ਸਾਡੇ ਸੰਵਿਧਾਨ ਦੇ ਵਿੱਚ 8 ਸ਼ਡਿਊਲ ਸੀਗੇ ਤੇ ਵਰਤਮਾਨ ਦੇ ਵਿੱਚ ਜਿਹੜੀ ਇਹਨਾਂ ਦੀ ਗਿਣਤੀ ਆ ਉਹ 12 ਹੈ। ਆਪਾਂ ਨੇ ਇਹ ਗੱਲ ਯਾਦ ਰੱਖਣੀ ਹੈ। ਸਾਨੂੰ ਪੇਪਰ ਦੇ ਵਿੱਚ ਇਹ ਸਵਾਲ ਪੁੱਛ ਲਿਆ ਜਾਂਦਾ ਕਿ ਜਦੋਂ ਭਾਰਤ ਦਾ ਸੰਵਿਧਾਨ ਓਰੀਜਨਲ ਫਾਰਮ ਦੇ ਵਿੱਚ ਸੀਗਾ ਉਸ ਟਾਈਮ ਇਹਦੇ ਵਿੱਚ ਕਿੰਨੇ ਸ਼ਡਿਊਲ ਸੀਗੇ, ਤਾਂ ਉਹਨਾਂ ਦੀ ਜਿਹੜੀ ਗਿਣਤੀ ਸੀਗੀ ਉਹ 8 ਸੀ। ਆਪਾਂ ਯਾਦ ਰੱਖਣੀ ਆ। ਹੁਣ ਆਪਾਂ ਇਕੱਲੇ ਸ਼ਡਿਊਲ ਬਾਰੇ ਅੱਗੇ ਚਰਚਾ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰ ਲਈ ਜਿਹੜਾ ਸਾਡਾ ਪਹਿਲਾ ਸ਼ਡਿਊਲ ਹੈ ਇਹਦੇ ਵਿੱਚ ਕੀ ਕਿਹਾ ਗਿਆ। ਪਹਿਲੇ ਸ਼ਡਿਊਲ ਦੇ ਵਿੱਚ ਇਹ ਗੱਲ ਕੀਤੀ ਗਈ ਹੈ ਕਿ ਜਿਹੜਾ ਭਾਰਤੀ ਸੰਵਿਧਾਨ ਹੈ, ਜਿਵੇਂ ਆਪਾਂ ਕੱਲ੍ਹ ਵੀ ਗੱਲ ਕੀਤੀ ਸੀ, ਇੰਡੀਆ ਦੈਟ ਇਜ਼ ਭਾਰਤ, ਇੰਡੀਆ ਦੈਟ ਇਜ਼ ਭਾਰਤ ਕਿ ਇਹਦੇ ਵਿੱਚ ਦੋ ਸ਼ਬਦ ਵਰਤੇ ਗਏ ਨੇ ਕਿ ਇੰਡੀਆ ਵੀ ਵਰਤਿਆ ਗਿਆ, ਭਾਰਤ ਵੀ ਵਰਤਿਆ ਗਿਆ। ਉਹਨੂੰ ਕਿਹਾ ਗਿਆ ਕਿ ਇਹ ਯੂਨੀਅਨ ਆਫ ਸਟੇਟਸ ਹੈ। ਯੂਨੀਅਨ ਆਫ ਸਟੇਟਸ ਤੋਂ ਭਾਵ ਕੀ ਹੈ ਕਿ ਜਿਹੜਾ ਭਾਰਤ ਆ ਉਹ ਇੱਕ ਰਾਜਾਂ ਦਾ ਸੰਘ ਹੈ। ਜਿਹੜੀ ਇਹ ਚਰਚਾ ਕੀਤੀ ਗਈ ਆਰਟੀਕਲ 1 ਦੇ ਵਿੱਚ ਕੀਤੀ ਗਈ ਹੈ। ਤਾਂ ਹੁਣ ਇਹਦੇ ਵਿੱਚ ਕੀ ਹੈ ਕਿ ਵੱਖ-ਵੱਖ ਜਿਹੜੇ ਸਟੇਟ ਨੇ ਜਾਂ ਉਹਨਾਂ ਦਾ ਜਿਹੜਾ ਦਾਇਰਾ ਹੈ ਉਹਦੇ ਬਾਰੇ ਆਰਟੀਕਲ 1 ਤੋਂ ਲੈ ਕੇ ਆਰਟੀਕਲ 4 ਤੱਕ ਆਪਾਂ ਕੱਲ੍ਹ ਵੀ ਗੱਲ ਕੀਤੀ ਸੀ ਕਿ ਪਹਿਲੇ ਦੇ ਵਿੱਚ ਸਾਡੇ ਜਿਹੜਾ ਨੇਮਸ ਆਫ ਸਟੇਟਸ ਹੈ, ਫਿਰ ਆਰਟੀਕਲ 2 ਸੀਗਾ, ਆਰਟੀਕਲ 3 ਦੇ ਵਿੱਚ ਉਹਦੇ ਵਿੱਚ ਵਾਧਾ ਘਾਟਾ ਕੀਤਾ ਜਾ ਸਕਦਾ ਹੈ, ਦੂਜੇ ਦੇ ਵਿੱਚ ਨਵੇਂ ਬਣਾਏ ਜਾ ਸਕਦੇ ਸੀਗੇ। ਆਰਟੀਕਲ 4 ਦੇ ਵਿੱਚ ਆਪਾਂ ਗੱਲ ਕੀਤੀ ਸੀ ਕਿ ਇਹਦੇ ਵਿੱਚ ਜਿਹੜੀ ਸੋਧ ਕੀਤੀ ਜਾਂਦੀ ਹੈ ਉਹ ਆਰਟੀਕਲ 368 ਅਧੀਨ ਨਹੀਂ ਕੀਤੀ ਜਾਂਦੀ। ਤਾਂ ਉਹ ਜਿਹੜੀ ਸਿੰਪਲ ਮੈਜੋਰਟੀ ਲਾ ਕੇ ਜੇਕਰ ਕੋਈ ਨਵਾਂ ਰਾਜ ਬਣਾਉਣਾ ਤਾਂ ਉਹ ਸੋਧ ਦਾ ਜਿਹੜਾ ਪ੍ਰਬੰਧ ਆ ਉਹ ਆਰਟੀਕਲ 4 ਦੇ ਵਿੱਚ ਕੀਤਾ ਗਿਆ। ਤਾਂ ਆਰਟੀਕਲ 1 ਤੋਂ ਲੈ ਕੇ ਆਰਟੀਕਲ 4 ਤੱਕ ਜਿਹੜਾ ਭਾਰਤੀ ਸੰਵਿਧਾਨ ਦਾ ਪਹਿਲਾ ਸ਼ਡਿਊਲ ਆਉਂਦਾ ਜਿਹਦੇ ਵਿੱਚ ਭਾਰਤ ਦੇ ਰਾਜਾਂ ਦੇ ਨਾਂ ਅਤੇ ਜਿਹੜੀਆਂ ਇੱਥੋਂ ਦੀਆਂ ਯੂਨੀਅਨ ਟੈਰਾਟਰੀਜ਼ ਨੇ ਜਿਹਨੂੰ ਅਸੀਂ ਕੇਂਦਰੀ ਸ਼ਾਸਿਤ ਪ੍ਰਦੇਸ਼ ਕਹਿੰਦੇ ਹਾਂ ਉਹਨਾਂ ਦੇ ਨਾਮ ਅਤੇ ਉਹਨਾਂ ਦਾ ਜਿਹੜਾ ਦਾਇਰਾ ਹੈ, ਉਹਨਾਂ ਦਾ ਜਿਹੜਾ ਐਕਸਟੈਂਟ ਹੈ ਉਹਦੇ ਬਾਰੇ ਜਿਹੜੀ ਚਰਚਾ ਕੀਤੀ ਗਈ ਆ। ਇਸ ਤੋਂ ਬਾਅਦ ਸਾਡੇ ਕੋਲ ਆਉਂਦਾ ਹੈਗਾ ਸੈਕੰਡ ਸ਼ਡਿਊਲ। ਸੈਕੰਡ ਸ਼ਡਿਊਲ ਦੇ ਵਿੱਚ ਕੀ ਹੈ ਕਿ ਇਹਦੇ ਵਿੱਚ ਜਿੰਨੀਆਂ ਤਨਖਾਹਾਂ ਨੇ, ਜਿੰਨੇ ਅਲਾਊਂਸਿਸ ਨੇ, ਜਿੰਨੇ ਭੱਤੇ ਨੇ ਉਹਨਾਂ ਬਾਰੇ ਚਰਚਾ ਕੀਤੀ ਗਈ ਹੈ। ਹੁਣ ਇਹ ਜਿਹੜੇ ਭੱਤੇ ਜਾਂ ਤਨਖਾਹਾਂ ਨੇ ਕਿਹਨਾਂ ਦੀਆਂ ਤਨਖਾਹਾਂ ਜਾਂ ਭੱਤੇ ਦੇ ਵਿੱਚ ਦਰਜ ਨੇ ਸੈਕੰਡ ਸ਼ਡਿਊਲ ਦੇ ਵਿੱਚ, ਜਿਵੇਂ ਕਿ ਆਰਟੀਕਲ 59, 65, 75, ਆਰਟੀਕਲ 97, ਆਰਟੀਕਲ 125, ਆਰਟੀਕਲ 148, ਆਰਟੀਕਲ 158, ਆਰਟੀਕਲ 186 ਅਤੇ ਆਰਟੀਕਲ 221। ਇਹਨਾਂ ਦੇ ਵਿੱਚ ਕਿਹੜੇ ਵੱਖ-ਵੱਖ ਮਹਿਕਮਿਆਂ ਦੇ ਜਾਂ ਅਧਿਕਾਰੀ ਨੇ ਜਾਂ ਜਿਹੜੇ ਵੱਖ-ਵੱਖ ਆਪਾਂ ਕਹਿੰਦੇ ਡਿਪਾਰਟਮੈਂਟ ਨੇ ਉਹਨਾਂ ਦੀਆਂ ਜਿਹੜੀਆਂ ਤਨਖਾਹਾਂ ਨੇ ਜਾਂ ਭੱਤੇ ਨੇ ਉਹ ਇੱਥੇ ਅਲਾਓ ਕੀਤੇ ਗਏ ਨੇ। ਉਹਨਾਂ ਦੇ ਵਿੱਚ ਕਿਹੜੇ ਨੇ? ਸਭ ਤੋਂ ਪਹਿਲਾਂ ਜਿਹੜੀ ਗੱਲ ਆ ਜਾਂਦੀ ਹੈ ਸਾਡਾ ਪ੍ਰੈਜ਼ੀਡੈਂਟ ਆਫ ਇੰਡੀਆ। ਜੇਕਰ ਇਹ ਸਵਾਲ ਪੁੱਛਿਆ ਜਾਵੇ ਕਿ ਭਾਰਤ ਦਾ ਪਹਿਲਾ ਨਾਗਰਿਕ ਕੌਣ ਹੁੰਦਾ ਤਾਂ ਅਸੀਂ ਉੱਥੇ ਜਿਹੜਾ ਆਨਸਰ ਕਰਾਂਗੇ ਤਾਂ ਉੱਥੇ ਆਨਸਰ ਅਸੀਂ ਕਰਾਂਗੇ ਪ੍ਰੈਜ਼ੀਡੈਂਟ ਤੋਂ ਭਾਵ ਜਿਹੜਾ ਸਾਡਾ ਰਾਸ਼ਟਰਪਤੀ ਹੁੰਦਾ ਉਹ ਭਾਰਤ ਦਾ ਪਹਿਲਾ ਨਾਗਰਿਕ ਹੁੰਦਾ। ਤਾਂ ਇਹਦੇ ਵਿੱਚ ਜਿਹੜੀਆਂ ਤਨਖਾਹਾਂ ਅਤੇ ਭੱਤਿਆਂ ਦੀ ਆਪਾਂ ਗੱਲ ਕਰ ਰਹੇ ਹਾਂ ਉਹ ਸਾਡੇ ਪ੍ਰੈਜ਼ੀਡੈਂਟ ਦੀ ਤਨਖਾਹ ਆ ਜਾਂਦੀ ਹੈ, ਜਿੰਨੇ ਗਵਰਨਰ ਨੇ ਸਟੇਟਾਂ ਦੇ, ਸਪੀਕਰ ਅਤੇ ਡਿਪਟੀ ਸਪੀਕਰ ਆਫ ਲੋਕ ਸਭਾ, ਚੇਅਰਮੈਨ ਐਂਡ ਡਿਪਟੀ ਚੇਅਰਮੈਨ ਆਫ ਰਾਜ ਸਭਾ, ਸਪੀਕਰ ਐਂਡ ਡਿਪਟੀ ਸਪੀਕਰ ਆਫ ਲੈਜਿਸਲੇਟਿਵ ਅਸੈਂਬਲੀ ਇਨ ਸਟੇਟਸ, ਦ ਚੇਅਰਮੈਨ ਐਂਡ ਦ ਡਿਪਟੀ ਚੇਅਰਮੈਨ ਇਨ ਦ ਆਫ ਦ ਲੈਜਿਸਲੇਟਿਵ ਕਾਊਂਸਲ ਇਨ ਦ ਸਟੇਟਸ, ਦ ਜੱਜਿਸ ਆਫ ਦ ਸੁਪਰੀਮ ਕੋਰਟ, ਦ ਜੱਜਿਸ ਆਫ ਦ ਹਾਈ ਕੋਰਟ। ਇਸ ਤੋਂ ਬਾਅਦ ਜਿਹੜਾ ਇਹਨਾਂ ਸਾਡੇ ਕੋਲ CAG ਜਿਹਨੂੰ ਅਸੀਂ ਕੰਪਟਰੋਲਰ ਐਂਡ ਆਡੀਟਰ ਜਨਰਲ ਆਫ ਇੰਡੀਆ ਬੋਲਦੇ ਹਾਂ। ਇਹਨਾਂ ਦੀਆਂ ਜਿਹੜੀਆਂ ਤਨਖਾਹਾਂ ਅਤੇ ਭੱਤੇ ਨੇ ਜਿਹੜੇ ਇਸ ਸੈਕੰਡ ਸ਼ਡਿਊਲ ਦੇ ਵਿੱਚ ਨੇ ਜਿਹੜੇ ਉਹ ਦਰਜ ਕੀਤੇ ਗਏ ਨੇ। ਜੇਕਰ ਆਪਾਂ ਤਨਖਾਹਾਂ ਦੀ ਗੱਲ ਕਰੀਏ ਕਿ ਤਨਖਾਹਾਂ ਕਿਹਦੇ ਦੁਆਰਾ ਨਿਯਮਿਤ ਕੀਤੀਆਂ ਜਾਂਦੀਆਂ ਨੇ ਤਾਂ ਇਹ ਜਦੋਂ ਵੀ ਸਾਡੇ ਕੋਲ ਇਸ ਤਰ੍ਹਾਂ ਸਵਾਲ ਆਉਂਦਾ ਤਾਂ ਅਸੀਂ ਉੱਥੇ ਪਾਰਲੀਮੈਂਟ ਦੀ ਸਾਨੂੰ ਆਪਸ਼ਨ ਮਿਲਦੀ ਹੈ ਤਾਂ ਅਸੀਂ ਉਹਦੇ ਉੱਤੇ ਟਿਕ ਲਾਉਣੀ ਹੈ ਕਿ ਜਿਹੜਾ ਸਾਡਾ ਪਾਰਲੀਮੈਂਟ ਆ ਉਹ ਸਾਡੀ ਜਿਹੜੀ ਤਨਖਾਹਾਂ ਨੇ ਉਹਨਾਂ ਦੇ ਉੱਤੇ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਬਹਿਸਬਾਜ਼ੀ ਕਰਦੀਆਂ ਨੇ ਅਤੇ ਤਨਖਾਹ ਨਿਯੁਕਤ ਕਰਦੀ ਹੈ। ਇਸ ਤੋਂ ਬਾਅਦ ਸਾਡਾ ਸ਼ਡਿਊਲ ਆ ਗਿਆ ਸ਼ਡਿਊਲ ਨੰਬਰ 3। ਇਹਦੇ ਵਿੱਚ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕਿ ਤਨਖਾਹਾਂ ਸੈਕੰਡ ਸ਼ਡਿਊਲ ਦੇ ਵਿੱਚ ਨੇ ਤਾਂ ਜਿਹੜਾ ਸਾਡਾ ਸ਼ਡਿਊਲ 3 ਹੈ ਇਹਦੇ ਵਿੱਚ ਜਿੰਨੀਆਂ ਸਾਡੀਆਂ ਸੌਹਾਂ ਨੇ, ਜਿੰਨੀਆਂ ਓਥਸ ਲਈਆਂ ਜਾਂਦੀਆਂ ਨੇਗੀਆਂ ਉਹਨਾਂ ਬਾਰੇ ਜ਼ਿਕਰ ਕੀਤਾ ਗਿਆ। ਆਰਟੀਕਲ 75
84 99 124 146 173 188 ਐਂਡ 219। ਇਹਨਾਂ ਆਰਟੀਕਲ ਦੇ ਵਿੱਚ ਕੀ ਨੇ ਜਿਹੜੇ ਸਾਡੇ ਓਥ ਨੇ ਉਹਨਾਂ ਦਾ ਪ੍ਰਬੰਧ ਕੀਤਾ ਗਿਆ। ਹੁਣ ਇਹ ਓਥ ਕਿੰਨਾ ਬੰਦਿਆਂ ਦੀਆਂ ਹੁੰਦੀਆਂ ਨੇ, ਜਿੰਨੇ ਸਾਡੇ ਯੂਨੀਅਨ ਮਿਨਿਸਟਰਸ ਨੇ, ਦ ਕੈਂਡੀਡੇਟ ਫॉर द ਇਲੈਕਸ਼ਨ ਟੂ ਦ ਪਾਰਲੀਮੈਂਟ, ਮੈਂਬਰ ਆਫ ਪਾਰਲੀਮੈਂਟ, ਜੱਜ ਆਫ ਸੁਪਰੀਮ ਕੋਰਟ, ਕੈਗ, ਸਟੇਟ ਮਿਨਿਸਟਰਸ, ਕੈਂਡੀਡੇਟਸ ਫॉर ਇਲੈਕਸ਼ਨ ਟੂ ਦ ਸਟੇਟ ਲੈਜਿਸਲੇਚਰ, ਮੈਂਬਰ ਆਫ ਸਟੇਟ ਲੈਜਿਸਲੇਚਰ, ਅਤੇ ਜਿਹੜੇ ਜੱਜ ਨੇ ਹਾਈ ਕੋਰਟ ਦੇ, ਇਹਨਾਂ ਦੀਆਂ ਜਿਹੜੀਆਂ ਸਾਰੀਆਂ ਓਥਸ ਨੇ ਉਹ ਸ਼ਡਿਊਲ ਤੀਜੇ ਦੇ ਵਿੱਚ ਦਰਜ ਕੀਤੀਆਂ ਗਈਆਂ ਨੇ। ਫਿਰ ਸਾਡੇ ਕੋਲ ਸ਼ਡਿਊਲ ਨੰਬਰ 4। ਸ਼ਡਿਊਲ ਨੰਬਰ 4 ਦੇ ਵਿੱਚ ਕੀ ਹੈ ਕਿ ਜਿਹੜੇ ਸਾਡੀ ਰਾਜ ਸਭਾ ਹੈ, ਰਾਜ ਸਭਾ ਦੇ ਵਿੱਚ ਵੱਖ-ਵੱਖ ਸਟੇਟਾਂ ਦੇ ਵੱਖ-ਵੱਖ ਯੂਟੀ ਦੀਆਂ ਕਿੰਨੀਆਂ ਸੀਟਾਂ ਹੋਣਗੀਆਂ, ਉਹ ਆਰਟੀਕਲ 4 ਅਤੇ 80 ਦੇ ਵਿੱਚ ਜ਼ਿਕਰ ਕੀਤਾ ਗਿਆ। ਜਿਹੜਾ ਸਾਡਾ ਸ਼ਡਿਊਲ ਚੌਥਾ ਉਹਦੇ ਵਿੱਚ ਸਾਰੀ ਗੱਲ ਦਰਜ ਕੀਤੀ ਗਈ ਹੈ। ਪਰ ਇਹਦੇ ਵਿੱਚ ਇਹ ਵੀ ਆਪਾਂ ਯਾਦ ਰੱਖਣਾ ਕਿ ਜਿੰਨੀਆਂ ਸੀਟਾਂ ਜਿਹੜੀਆਂ ਅਲਾਓ ਕੀਤੀਆਂ ਜਾਂਦੀਆਂ ਨੇ ਉਹ ਪਾਪੂਲੇਸ਼ਨ ਦੇ ਆਧਾਰ ਦੇ ਉੱਤੇ ਸੀਟਾਂ ਨੇ ਜਿਹੜੀਆਂ ਅਲਾਓ ਕੀਤੀਆਂ ਜਾਂਦੀਆਂ ਨੇ, ਪਰ ਉਹਨਾਂ ਦੀ ਜੇ ਆਪਾਂ ਰੇਸ਼ੋ ਕੱਢੀਏ ਤਾਂ ਉਹ ਰੇਸ਼ੋ ਹੈ ਜਿਹੜੀ ਸਾਡੀ ਉਹ ਬਰਾਬਰ ਨਿਕਲਦੀ ਹੈ। ਰਾਜ ਸਭਾ ਦੇ ਵਿੱਚ 250 ਮੈਂਬਰ ਹੁੰਦੇ ਨੇ, ਇਹ ਆਪਾਂ ਨੂੰ ਪਤਾ ਹੈ। ਅਤੇ ਦੂਜਾ ਕੀ ਹੈ, ਇਹ ਸਾਡਾ ਸਥਾਈ ਸਦਨ ਹੈ, ਜਿਹਦੇ 2 ਸਾਲਾਂ ਬਾਅਦ ਜਿਹੜੇ ਮੈਂਬਰ ਨੇ ਕੁਛ ਉਹ ਰਿਟਾਇਰ ਹੋ ਜਾਂਦੇ ਨੇਗੇ, ਅਤੇ ਇੱਕ ਸਥਾਈ ਸਦਨ ਇਹਨੂੰ ਆਪਾਂ ਕਦੇ ਵੀ ਕੈਂਸਲ ਹੈ ਜਿਹੜਾ ਡਿਜ਼ੋਲਵ ਹੈ ਉਹ ਨਹੀਂ ਕਰ ਸਕਦੇ। ਉਹਦੇ ਵਿੱਚ ਵੀ 238+12 ਦੀ ਜਿਹੜੀ ਆਪਾਂ ਕਹਿੰਦੇ ਚੇਨ ਹੁੰਦੀ ਹੈ ਕਿ ਜਿਹੜੇ 12 ਮੈਂਬਰ ਨੇ ਉਹ ਰਾਸ਼ਟਰਪਤੀ ਇੱਥੇ ਨਾਮਜ਼ਦ ਕਰਦਾ, ਜਿਨ੍ਹਾਂ ਨੇ ਵੱਖ-ਵੱਖ ਵਿਧਾਵਾਂ ਦੇ ਵਿੱਚ ਵੱਖ-ਵੱਖ ਖੇਤਰਾਂ ਦੇ ਵਿੱਚ ਕੋਈ ਐਕਸੀਲੈਂਸ ਪ੍ਰਾਪਤ ਕੀਤੀ ਹੁੰਦੀ ਹੈ, ਉਹਨਾਂ ਨੂੰ ਜਿਹੜਾ ਰਾਸ਼ਟਰਪਤੀ ਹੈ ਉਹ ਨੋਮੀਨੇਟ ਕਰਦਾ ਹੈਗਾ। ਫਿਰ ਸਾਡੇ ਕੋਲ ਸ਼ਡਿਊਲ ਨੰਬਰ 5 ਆ ਜਾਂਦਾ ਹੈ। 5ਵੇਂ ਸ਼ਡਿਊਲ ਦੇ ਵਿੱਚ ਕੀ ਹੈ ਕਿ ਜਿੰਨੇ ਸਾਡੇ ਸ਼ਡਿਊਲਡ ਏਰੀਆ ਨੇ ਅਤੇ ਜਿਹੜੇ ਸਾਡੇ ਸ਼ਡਿਊਲਡ ਟਰਾਈਬਸ ਨੇ ਉਹਨਾਂ ਦਾ ਜਿਹੜਾ ਪ੍ਰਬੰਧਕੀ ਆਧਾਰ ਕੀ ਹੋਊਗਾ, ਉਹਦੇ ਪ੍ਰਬੰਧਕੀ ਜਾਂ ਪ੍ਰਸ਼ਾਸਕੀ ਜਿਹੜਾ ਸਿਸਟਮ ਹੈ ਉਹਦੇ ਬਾਰੇ ਜਿਹੜਾ 5ਵਾਂ ਸ਼ਡਿਊਲ ਹੈ ਸਾਡਾ ਉਹ ਜ਼ਿਕਰ ਕਰਦਾ। ਆਰਟੀਕਲ 244 ਦੇ ਵਿੱਚ ਜਿਹੜੀ ਇਹ ਗੱਲ ਹੈ ਉਹ ਦਰਜ ਹੈ। ਫਿਰ ਸਾਡਾ ਜਿਹੜਾ 6 ਸ਼ਡਿਊਲ ਹੈ ਇਹਦੇ ਵਿੱਚ ਕੀ ਹੈ ਕਿ ਪ੍ਰੋਵੀਜ਼ਨ ਰਿਲੇਟਿੰਗ ਟੂ ਦ ਐਡਮ ਆਫ ਟਰਾਈਬਲ ਏਰੀਆ ਇਨ ਦ ਸਟੇਟਸ ਆਫ ਅਸਾਮ, ਮੇਘਾਲਿਆ, ਤ੍ਰਿਪੁਰਾ ਐਂਡ ਮਿਜ਼ੋਰਮ। ਆਰਟੀਕਲ 244 ਤੇ 275 ਦੇ ਵਿੱਚ ਇਹ ਜ਼ਿਕਰ ਕੀਤਾ ਗਿਆ ਕਿ ਜਿਹੜੇ ਸਾਡੇ ਰਾਜ ਨੇ ਜਾਂ ਇੱਥੋਂ ਦੇ ਜਿਹੜੇ ਟਰਾਈਬਲ ਏਰੀਆਸ ਨੇ, ਅਸਾਮ ਦੇ, ਮੇਘਾਲਿਆ, ਤ੍ਰਿਪੁਰਾ ਅਤੇ ਮਿਜ਼ੋਰਮ, ਇਹ ਆਪਾਂ ਯਾਦ ਰੱਖਣੇ ਨੇ ਕਿ 6ਵੇਂ ਸ਼ਡਿਊਲ ਦੇ ਵਿੱਚ ਕਿਹੜੇ ਜਿਹੜੇ ਰਾਜ ਨੇ ਉਹਨਾਂ ਦਾ ਜ਼ਿਕਰ ਕੀਤਾ ਗਿਆ ਜਿੱਥੇ ਜਿਹੜੇ ਟਰਾਈਬਲ ਏਰੀਆ ਵਸਦੇ ਨੇ, ਕਿ ਉਹਨਾਂ ਦਾ ਜਿਹੜਾ ਪ੍ਰਸ਼ਾਸਕੀ ਢਾਂਚਾ ਕੀ ਹੋਊਗਾ, ਪ੍ਰਬੰਧਕੀ ਆਧਾਰ ਕੀ ਹੋਣਗੇ, ਤਾਂ ਉਹ ਆਰਟੀਕਲ 244 ਅਤੇ 275 ਦੇ ਵਿੱਚ ਜਿਹੜਾ ਉਲੇਖ ਉਹਨਾਂ ਦਾ ਕੀਤਾ ਗਿਆ ਹੈਗਾ। ਇਸ ਤੋਂ ਬਾਅਦ ਸਾਡੇ ਕੋਲ ਸ਼ਡਿਊਲ ਨੰਬਰ 7 ਆ ਜਾਂਦਾ। 7ਵੇਂ ਸ਼ਡਿਊਲ ਦੇ ਵਿੱਚ ਕੀ ਹੈ ਕਿ ਜਿਹੜੀਆਂ ਸਾਡੇ ਕੋਲ ਲਿਸਟਾਂ ਨੇ, ਸੂਚੀਆਂ ਨੇ, ਜਿਵੇਂ ਸਾਡੇ ਕੋਲ 3 ਸੂਚੀਆਂ ਨੇ, ਇੱਕ ਸਾਡੀ ਕੇਂਦਰੀ ਸੂਚੀ ਹੁੰਦੀ ਹੈ, ਇੱਕ ਸਾਡੀ ਸਮਵਰਤੀ ਸੂਚੀ ਹੁੰਦੀ ਹੈ, ਇੱਕ ਸਾਡੀ ਰਾਜ ਸੂਚੀ ਹੁੰਦੀ ਹੈ। ਇਹ ਆਪਾਂ ਨੇ ਆਸਟ੍ਰੇਲੀਆ ਤੋਂ ਜਿਹੜਾ ਬੋਰੋ ਕੀਤੀ ਹੈ, ਮਤਲਬ ਇਹ ਧਾਰਨਾ ਜਿਹੜੀ ਕਿ ਜਿਹੜੀ ਸਾਡੇ ਸ਼ਡਿਊਲ ਨੇ, ਸ਼ਡਿਊਲ ਨੰਬਰ 7 ਦੇ ਵਿੱਚ ਜਿਹੜੀ ਇਹ ਗੱਲ ਕੀਤੀ ਗਈ ਹੈ ਕਿ ਯੂਨੀਅਨ ਲਿਸਟ, ਸਟੇਟ ਲਿਸਟ ਅਤੇ ਕਨਕਰੰਟ ਲਿਸਟ, ਇਹਨਾਂ ਦੇ ਜਿਹੜੇ ਸਬਜੈਕਟ ਨੇ ਉਹ ਪਹਿਲਾਂ 97, 66, 47 ਹੁੰਦੇ ਸੀਗੇ, ਹੁਣ ਇਹ ਬਦਲ ਚੁੱਕੇ ਨੇ। ਇਹ ਆਪਾਂ ਨੇ ਮਤਲਬ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਕਿ ਜਿਹੜੇ ਹੁਣ ਨੇ ਉਹ ਕਿੰਨੇ ਜਿਹੜੇ ਸਬਜੈਕਟ ਨੇ ਇਹਦੇ ਵਿੱਚ ਰੱਖੇ ਗਏ ਨੇ। ਅਤੇ ਇੱਕ ਇਹਦੇ ਨਾਲ ਇਹ ਵੀ ਜੋੜ ਕੇ ਦੱਸਣਾ ਜਿਹੜਾ ਸਾਡਾ ਐਜੂਕੇਸ਼ਨ ਹੈ ਉਹ ਕਿਹੜੀ ਲਿਸਟ ਦੇ ਵਿੱਚ ਆਉਂਦਾ, ਉਹ ਸਮਵਰਤੀ ਸੂਚੀ 'ਚ ਆਉਂਦਾ, ਉਹ ਰਾਜ ਸੂਚੀ ਦੇ ਵਿੱਚ ਆਉਂਦਾ, ਜਾਂ ਸਾਡਾ ਉਹ ਕੇਂਦਰੀ ਸੂਚੀ ਦੇ ਵਿੱਚ ਆਉਂਦਾ। ਤਾਂ ਆਰਟੀਕਲ 246 ਦੇ ਵਿੱਚ ਜਿਹੜੀ ਇਹ ਗੱਲ ਹੈਗੀ ਉਹ ਕੀਤੀ ਗਈ ਹੈ। ਇਸ ਤੋਂ ਬਾਅਦ ਸਾਡਾ 8ਵਾਂ ਸ਼ਡਿਊਲ ਆਉਂਦਾ। 8ਵੇਂ ਸ਼ਡਿਊਲ ਦੇ ਵਿੱਚ ਕੀ ਨੇ ਕਿ ਜਿੰਨੀਆਂ ਸਾਡੀ ਲੈਂਗੁਏਜ ਨੇ ਜਿਨ੍ਹਾਂ ਨੂੰ ਸੰਵਿਧਾਨ ਦੇ ਵਿੱਚ ਮਾਨਤਾ ਮਿਲੀ ਹੋਈ ਹੈ, ਪਹਿਲਾਂ ਇਹ ਜਿਹੜੀਆਂ ਸੀਗੀਆਂ ਜਦੋਂ ਸਾਡਾ ਸੰਵਿਧਾਨ ਬਣਿਆ ਗਾ ਉਸ ਟਾਈਮ ਦੇ ਵਿੱਚ 14 ਜਿਹੜੀਆਂ ਭਾਸ਼ਾਵਾਂ ਨੇ ਇਹਨਾਂ ਨੂੰ ਮਾਨਤਾ ਦਿੱਤੀ ਗਈ ਸੀਗੀ, ਪਰ ਜਿਹੜੀਆਂ ਹੁਣ ਸਾਡੇ ਕੋਲੇ ਸਾਡੇ ਸੰਵਿਧਾਨ ਦੇ ਵਿੱਚ 22 ਭਾਸ਼ਾਵਾਂ ਨੂੰ ਮਾਨਤਾ ਹੈਗੀ। ਆਰਟੀਕਲ 344 ਅਤੇ ਆਰਟੀਕਲ 352 ਸੀ ਇਸ ਦੇ ਰਿਗਾਰਡਿੰਗ ਯਾਦ ਰੱਖਣਾ ਗਾ। ਅਤੇ ਪੇਪਰ ਦੇ ਵਿੱਚ ਇਹ ਸਵਾਲ ਪੁੱਛ ਲਿਆ ਜਾਂਦਾ ਕਿ ਇਹਨਾਂ ਸਾਡੀਆਂ ਜਿਹੜੀਆਂ 22 ਭਾਸ਼ਾਵਾਂ ਨੇ ਇਹਨਾਂ ਦੇ ਵਿੱਚੋਂ ਕਿਹੜੀ ਭਾਸ਼ਾ ਜਿਹੜੀ ਸਾਡੇ ਸੰਵਿਧਾਨ ਦੇ ਵਿੱਚ ਨਹੀਂ ਹੈ, ਤਾਂ ਉੱਥੇ ਸਾਨੂੰ 4 ਆਪਸ਼ਨ ਦਿੱਤੀਆਂ ਹੁੰਦੀਆਂ ਨੇ। ਤਾਂ ਅਸੀਂ ਜੇਕਰ ਇਸ ਤਰ੍ਹਾਂ ਦਾ ਸਾਨੂੰ ਸਵਾਲ ਆਉਂਦਾ ਤਾਂ ਅਸੀਂ ਜਿਹੜੀ ਅੰਗਰੇਜ਼ੀ ਭਾਸ਼ਾ ਉਹਦੇ ਟਿਕ ਲਾਵਾਂਗੇ। ਜਿਹੜੀ ਅੰਗਰੇਜ਼ੀ ਭਾਸ਼ਾ ਦਾ ਜ਼ਿਕਰ ਹੈ ਉਹ ਸਾਡੇ ਸੰਵਿਧਾਨ ਦੇ ਵਿੱਚ ਇਹਨਾਂ 22 ਭਾਸ਼ਾਵਾਂ ਦੇ ਵਿੱਚ ਜਿਹੜਾ ਉਹ ਜ਼ਿਕਰ ਹੈ ਉਹ ਨਹੀਂ ਕੀਤਾ ਗਿਆ। ਇਹ ਕਿਹੜੀਆਂ ਭਾਸ਼ਾਵਾਂ ਨੇ, ਜਿਵੇਂ ਅਸਾਮ ਦੀ ਹੈ, ਬੰਗਾਲੀ ਹੈ, ਬੋਡੋ ਹੈ, ਡੋਗਰੀ ਹੈ, ਗੁਜਰਾਤੀ ਹੈ, ਹਿੰਦੀ ਹੈ, ਕੰਨੜਾ, ਕਸ਼ਮੀਰੀ, ਕੋਂਕਣੀ, ਮਿਥਾਲੀ, ਮਲਿਆਲਮ, ਮਨੀਪੁਰੀ, ਮਰਾਠੀ, ਨੇਪਾਲੀ, ਓਡੀਆ, ਪੰਜਾਬੀ, ਸੰਸਕ੍ਰਿਤ, ਸੰਥਾਲੀ, ਸਿੰਧੀ,
ਤਾਮਿਲ, ਤੇਲਗੂ ਅਤੇ ਉਰਦੂ। ਜਿਹੜੀ ਇਹਦੇ ਵਿੱਚੋਂ ਸਿੰਧੀ ਭਾਸ਼ਾ ਹੈਗੀ ਉਹ ਸਾਡੇ 21ਵੀਂ ਅਮੈਂਡਮੈਂਟ ਐਕਟ ਸੀ ਜਿਹੜਾ 1967 ਦਾ, ਉਹਦੇ ਰਾਹੀਂ ਜਿਹੜੀ ਇਹ ਐਡ ਕੀਤੀ ਗਈ ਹੈ। ਕੋਂਕਣੀ, ਮਨੀਪੁਰੀ ਅਤੇ ਨੇਪਾਲੀ ਇਹ 71 ਅਮੈਂਡਮੈਂਟ ਸੀ ਜਿਹੜਾ 1992 ਦੇ ਵਿੱਚ ਹੋਇਆ, ਉਹਦੇ ਰਾਹੀਂ ਜਿਹੜੀਆਂ ਇਹ ਭਾਸ਼ਾਵਾਂ ਨੇ ਉਹ ਐਡ ਕੀਤੀਆਂ ਗਈਆਂ ਨੇ। ਇਸ ਤੋਂ ਬਾਅਦ ਬੋਡੋ, ਡੋਗਰੀ, ਮੈਥਾਲੀ, ਸੰਥਾਲੀ ਇਹ ਵੀ 92ਵੀਂ ਜਿਹੜੀ ਅਮੈਂਡਮੈਂਟ ਸੀ ਉਹਦੇ ਰਾਹੀਂ ਦਰਜ ਕੀਤੀਆਂ ਗਈਆਂ ਨੇ। ਐਕਟ ਆਫ 2003। ਇਸ ਤੋਂ ਬਾਅਦ ਉੜੀਆ ਜਾਂ ਉੜੀਆ ਭਾਸ਼ਾ ਜਿਹਨੂੰ ਅਸੀਂ ਬੋਲਦੇ ਹਾਂ, ਬਾਅਦ ਵਿੱਚ ਉੜੀਆ ਬਣ ਗਿਆ। ਇਹ 96ਵੀਂ ਅਮੈਂਡਮੈਂਟ ਐਕਟ ਸੀ ਜਿਹੜੀ 2011, ਉਹਦੇ ਰਾਹੀਂ ਜਿਹੜੀ ਉੜੀਆ ਭਾਸ਼ਾ ਹੈ ਇਹਨੂੰ ਇਹਦੇ ਵਿੱਚ ਐਡ ਕੀਤਾ ਗਿਆ। ਇਸ ਤੋਂ ਬਾਅਦ ਸਾਡਾ 9 ਸ਼ਡਿਊਲ ਆ ਜਾਂਦਾ। 9 ਸ਼ਡਿਊਲ ਦੇ ਵਿੱਚ ਕੀ ਹੈ? ਐਕਟ ਐਂਡ ਰੈਗੂਲੇਸ਼ਨਸ, ਓਰੀਜਨਲੀ 13 ਬਟ ਪ੍ਰੈਜੈਂਟਲੀ 282 ਆਫ ਦਾ ਸਟੇਟ ਲੈਜਿਸਲੇਚਰ ਡੀਲਿੰਗ ਵਿਦ ਲੈਂਡ ਰਿਫਾਰਮਸ ਐਂਡ abolition of the ਜ਼ਿਮੀਂਦਾਰੀ ਸਿਸਟਮ ਐਂਡ ਆਫ ਦਾ ਪਾਰਲੀਮੈਂਟ ਡੀਲਿੰਗ ਵਿਦ ਅਦਰ ਮੈਟਰਸ। ਇਹਦੇ ਵਿੱਚ ਕੀ ਜਿਹੜੀ ਸਾਡਾ ਸਟੇਟ ਲੈਜਿਸਲੇਚਰ ਹੈ ਉਹਦੇ ਜਿਹੜੇ ਸਾਡੀ ਭੂਮੀ ਰਿਫਾਰਮਸ ਨੇ, ਭੂਮੀ ਸੁਧਾਰ ਨੇ, ਜਾਂ ਸਾਡੀ ਜਿਹੜੀ ਪਹਿਲਾਂ ਜ਼ਿਮੀਂਦਾਰੀ ਸਿਸਟਮ ਸ਼ੁਰੂ ਹੋਇਆ ਸੀਗਾ ਉਹਦੇ ਰਿਗਾਰਡਿੰਗ ਜਿੰਨਾ ਮੈਟਰ ਹੈਗਾ ਉਹ 9 ਸ਼ਡਿਊਲ ਦੇ ਵਿੱਚ ਇੱਥੇ ਆਉਂਦਾ। ਆਰਟੀਕਲ 31 ਵੀ ਆਪਾਂ ਨੇ ਇਹ ਗੱਲ ਯਾਦ ਰੱਖਣੀ ਹੈ ਇੱਥੇ। ਅਤੇ ਜਿਹੜਾ ਇਹ ਸ਼ਡਿਊਲ ਹੈ ਪਹਿਲੀ ਅਮੈਂਡਮੈਂਟ 1951 ਦੇ ਵਿੱਚ ਜਿਹੜੀ ਹੋਈ ਸੀਗੀ ਉਹਦੇ ਰਾਹੀਂ ਜਿਹੜਾ ਸੀਗਾ ਜੋੜਿਆ ਗਿਆ ਸੀਗਾ। ਸਾਨੂੰ ਇਹ ਪੁੱਛ ਲਿਆ ਜਾਂਦਾ ਕਿ ਜਿਹੜਾ ਸਾਡਾ ਸੰਵਿਧਾਨ ਆ ਉਹਦੀ ਪਹਿਲੀ ਅਮੈਂਡਮੈਂਟ ਕਦੋਂ ਹੋਈ ਸੀ, ਤਾਂ ਜਿਹੜੀ ਸਾਡੀ ਪਹਿਲੀ ਅਮੈਂਡਮੈਂਟ ਹੋਈ ਸੀ ਉਹ 1951 ਦੇ ਵਿੱਚ ਹੋਈ ਸੀਗੀ। ਇਸ ਤੋਂ ਬਾਅਦ ਜਿਹੜੀ ਇਹ ਆਪਾਂ ਗੱਲ ਕਰ ਚੁੱਕੇ ਹਾਂ ਕਿ 1951 ਜਿਹੜਾ ਪਹਿਲੀ ਅਮੈਂਡਮੈਂਟ ਹੋਈ ਇਹਦੇ ਵਿੱਚ ਜਿਹੜੇ ਸਾਡੇ ਸੀਗੇ ਪ੍ਰੋਟੈਕਟ ਕੀਤੇ ਗਏ ਲਾ, ਜੁਡੀਸ਼ੀਅਲ ਸਿਕਿਉਰਿਟੀ ਨੇ, ਜਿਹੜੇ ਸਾਡੇ ਫੰਡਾਮੈਂਟਲ ਰਾਈਟਸ ਨੇ ਹੈ ਨਾ, ਉਹ ਉਹਨਾਂ ਦੀ ਵਾਇਲੇਸ਼ਨ ਹੁੰਦੀ ਹੈ। ਪਰ 2007 ਦੇ ਵਿੱਚ ਦੁਬਾਰੇ ਫਿਰ ਜਿਹੜੀ ਸਾਡੀ ਸੁਪਰੀਮ ਕੋਰਟ ਹੈ ਉਹਨੇ ਜਿਹੜੇ ਲਾ ਸੀਗੇ ਇਨਕਲੂਡ ਕਰਤੇ ਸੀਗੇ 24 ਅਪ੍ਰੈਲ 1973 ਤੋਂ ਬਾਅਦ। ਅਤੇ ਜਿਹੜਾ ਨਵਾਂ ਜੁਡੀਸ਼ੀਅਲ ਰਿਵਿਊ ਹੈ ਉਹਦੇ ਅਧੀਨ। ਜੁਡੀਸ਼ੀਅਲ ਰਿਵਿਊ ਦੇ ਵਿੱਚ ਆਪਾਂ ਇੱਕ ਗੱਲ ਹੋਰ ਯਾਦ ਰੱਖਣੀ ਹੈ ਕਿ ਜਿਹੜਾ ਸਾਡਾ ਸੰਵਿਧਾਨ ਦਾ ਬੇਸਿਕ ਸਟਰਕਚਰ ਹੈ ਆਪਾਂ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਹੇਰ ਫੇਰ ਨਹੀਂ ਕਰ ਸਕਦੇ। ਜਿਹੜਾ ਜੁਡੀਸ਼ੀਅਲ ਰਿਵਿਊ ਦਾ ਮਤਲਬ ਇਹੀ ਹੈ ਕਿ ਕੋਈ ਪਾਰਲੀਮੈਂਟ ਹੈ ਜਿਹੜੀ ਉਹ ਇਸ ਤਰ੍ਹਾਂ ਦਾ ਕਾਨੂੰਨ ਨਹੀਂ ਲਿਆ ਸਕਦੀ ਜਿਹੜਾ ਕਿ ਸਾਡੇ ਸੰਵਿਧਾਨ ਦੀ ਮਰਿਆਦਾ ਦੇ ਉਲਟ ਜਾਂਦਾ ਹੈ। ਜੇਕਰ ਉਹ ਉਸ ਤਰ੍ਹਾਂ ਜਾਂਦਾ ਤਾਂ ਜਿਹੜਾ ਜੁਡੀਸ਼ੀਅਲ ਰਿਵਿਊ ਉਹਦੇ ਰਾਹੀਂ ਜਿਹੜੀ ਸਾਡੀ ਸੁਪਰੀਮ ਕੋਰਟ ਨੂੰ ਉਹ ਰੱਦ ਕਰ ਸਕਦੀ ਹੈ। ਇਸ ਕਰਕੇ ਆਪਾਂ 9 ਸ਼ਡਿਊਲ ਹੈ ਜਿਹੜਾ ਇਹ ਬਹੁਤ ਚੰਗੀ ਤਰ੍ਹਾਂ ਯਾਦ ਰੱਖਣਾ, ਕਿਉਂਕਿ ਵਾਰੀ ਜਿਹੜੀ ਗੱਲ ਹੋਈ ਇਹ ਪਾਰਲੀਮੈਂਟ ਨੇ ਕਾਨੂੰਨ ਪਾਸ ਕੀਤਾ ਅਤੇ ਬਾਅਦ ਦੇ ਵਿੱਚ ਜਿਹੜੀ ਸਾਡੀ ਸੁਪਰੀਮ ਕੋਰਟ ਨੂੰ ਹਰ ਵਾਰੀ ਹਰਾਇਆ ਇਹ ਗੱਲ ਕਰਕੇ ਕਿ ਇਹ ਜਿਹੜਾ ਸਾਡਾ ਕੀ ਹੈਗਾ ਸਾਡੇ ਸੰਵਿਧਾਨ ਦਾ ਜਿਹੜਾ ਬੇਸਿਕ ਢਾਂਚਾ ਉਹਦੇ ਵਿਰੋਧੀ ਜਾ ਰਿਹਾ ਹੈ। ਇਸ ਕਰਕੇ 9 ਸ਼ਡਿਊਲ ਆਪਾਂ ਜਿਹੜਾ ਉਹ ਚੰਗੀ ਤਰ੍ਹਾਂ ਯਾਦ ਰੱਖਣਾ ਕਿ ਜਿਹੜਾ ਜੁਡੀਸ਼ੀਅਲ ਰਿਵਿਊ ਹੈ ਇਹਦਾ ਸਭ ਤੋਂ ਵੱਧ ਜੇਕਰ ਕਿੱਥੇ ਆਉਂਦਾ ਤਾਂ ਉਹ ਆਰਟੀਕਲ ਆ ਜਿਹੜਾ ਸਾਡਾ ਸ਼ਡਿਊਲ ਹੈ ਉਹ 9ਵੇਂ ਦੇ ਵਿੱਚ ਆਉਂਦਾ ਗਾ। ਇਸ ਤੋਂ ਬਾਅਦ ਸਾਡਾ ਹੈਗਾ 10ਵਾਂ ਸ਼ਡਿਊਲ ਹੈ ਜਿਹੜਾ ਇਹਦੇ ਵਿੱਚ ਕੀ ਹੈ ਕਿ ਐਂਟੀ ਡਿਫੈਕਸ਼ਨ ਲਾ ਜੇ ਤੁਸੀਂ ਗੱਲ ਕਰੀਏ ਕਿ ਦਲ ਬਦਲੀ ਜਿਹੜਾ ਸੀਗਾ ਉਹਦੇ ਉੱਤੇ ਰੋਕ ਲੱਗੀ ਸੀ ਕਿ ਕੋਈ ਬੰਦਾ ਜੇ ਪਹਿਲਾਂ ਜਿੱਤ ਕੇ ਆ ਗਿਆ, ਆਜ਼ਾਦ ਉਮੀਦਵਾਰ ਜਿੱਤ ਕੇ ਆ ਗਿਆ ਅਤੇ ਬਾਅਦ ਦੇ ਵਿੱਚ ਉਹ ਕਿਸੇ ਪਾਰਟੀ ਨੂੰ ਜੁਆਇਨ ਕਰ ਲੈਂਦਾ ਤਾਂ ਉਹਦੀ ਜਿਹੜੀ ਦਲ ਬਦਲੀ ਰਾਹੀਂ ਉਹਦੀ ਜਿਹੜੀ ਮੈਂਬਰਸ਼ਿਪ ਹੈ ਉਹਨੂੰ ਰੱਦ ਕੀਤਾ ਜਾ ਸਕਦਾ ਹੈ। ਜਿਹੜੇ ਨੋਮੀਨੇਟ ਮੈਂਬਰ ਹੁੰਦੇ ਨੇਗੇ ਜਿਹਨੂੰ ਰਾਸ਼ਟਰਪਤੀ ਨੋਮੀਨੇਟ ਕਰਦਾ, ਜੇਕਰ ਉਹ 6 ਮਹੀਨਿਆਂ ਤੋਂ ਬਾਅਦ ਕਿਸੇ ਪਾਰਟੀ ਨੂੰ ਜੁਆਇਨ ਕਰ ਲੈਂਦੇ ਨੇ ਤਾਂ ਉਹਨਾਂ ਦੀ ਜਿਹੜੀ ਨੋਮੀਨੇਸ਼ਨ ਆ ਉਹ ਰੱਦ ਹੋ ਜਾਂਦੀ ਹੈ। ਤਾਂ ਆਪਾਂ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਯਾਦ ਰੱਖਣੀਆਂ ਨੇ। ਤਾਂ 52ਵੀਂ ਜਿਹੜਾ ਸਾਡਾ ਅਮੈਂਡਮੈਂਟ ਸੀਗਾ ਉਹਦੇ ਰਾਹੀਂ ਜਿਹੜਾ ਐਂਟੀ ਡਿਫੈਕਸ਼ਨ ਲਾ ਹੈਗਾ ਇਹ ਲੈ ਕੇ ਆਉਂਦਾ ਸੀਗਾ। ਤਾਂ ਆਰਟੀਕਲ 102 ਅਤੇ 191 ਆਪਾਂ ਨੇ ਇਹਦੇ ਬਾਰੇ ਯਾਦ ਰੱਖਣਾ। ਜਿਹੜਾ ਐਕਟ ਆਇਆ ਸੀਗਾ 1985 ਦੇ ਵਿੱਚ ਆਇਆ ਸੀਗਾ। ਫਿਰ ਸਾਡਾ 11ਵਾਂ ਸ਼ਡਿਊਲ ਆ ਗਿਆ। 11ਵੇਂ ਸ਼ਡਿਊਲ ਦੇ ਵਿੱਚ ਜਿਹੜੀ ਸਾਡਾ ਪੰਚਾਇਤੀ ਰਾਜ ਹੈ, ਪੰਚਾਇਤੀ ਰਾਜ ਆਪਾਂ ਨੇ ਯਾਦ ਰੱਖਣਾ। ਪੰਚਾਇਤੀ ਰਾਜ ਬਾਰੇ ਜਿਹੜਾ ਸਵਾਲ ਪੁੱਛਿਆ ਜਾਂਦਾ ਕਿ ਪੰਚਾਇਤੀ ਰਾਜ ਨਾਲ ਜੁੜੀ ਹੋਈ ਜਿਹੜੀ ਕਮੇਟੀ ਸੀ ਉਹ ਕਿਹੜੀ ਕਮੇਟੀ ਸੀ? ਉਸ ਕਮੇਟੀ ਦਾ ਨਾਮ ਸੀਗਾ ਬਲਵੰਤ ਰਾਏ ਕਮੇਟੀ। ਇਹਦੇ ਵਿੱਚ ਜਿਹੜੇ 29 ਮੈਟਰ ਨੇਗੇ ਪੰਚਾਇਤਾਂ ਨਾਲ ਜੁੜੇ ਹੋਏ ਉਹਨਾਂ ਬਾਰੇ ਜ਼ਿਕਰ ਕੀਤਾ ਗਿਆ ਸੀਗਾ। 73ਵੀਂ ਜਿਹੜੀ ਸਾਡੀ ਸੋਧ ਹੁੰਦੀ ਹੈ 1992 ਦੇ ਵਿੱਚ ਪੰਚਾਇਤੀ ਰਾਜ ਨਾਲ ਜੁੜੀ ਹੋਈ ਹੈ ਜਿਹੜੀ ਆਰਟੀਕਲ 243 ਦੇ ਵਿੱਚ ਇਹਦਾ ਜ਼ਿਕਰ ਕੀਤਾ ਗਿਆ। ਜਿਹੜੀ ਇਹ ਸੋਧ ਹੈ ਇਹ ਹੋਈ 1992 ਦੇ ਵਿੱਚ ਹੈ, ਪਰ ਜੇਕਰ ਸਵਾਲ ਦੇ ਵਿੱਚ ਇਹ ਆ ਜੇ ਕਿ ਇਹ ਲਾਗੂ ਕਦੋਂ ਹੋਈ ਹੈ ਤਾਂ ਇਹ 1993 ਦੇ ਵਿੱਚ ਹੋਈ ਹੈ। ਤਾਂ ਆਪਾਂ ਨੇ ਇਹ ਗੱਲ ਵੀ ਜਿਹੜੀ ਹੈ ਉਹ ਯਾਦ ਰੱਖਣੀ ਹੈ। ਅਤੇ ਸਭ ਤੋਂ ਪਹਿਲਾਂ ਜਿਹੜਾ ਰਾਜ ਸੀਗਾ ਉਹ ਰਾਜਸਥਾਨ ਸੀਗਾ, ਜਿੱਥੇ ਜਿਹੜਾ ਪੰਚਾਇਤੀ ਸਿਸਟਮ ਸੀਗਾ ਉਹਨੂੰ ਲਾਗੂ ਕੀਤਾ ਗਿਆ। ਰਾਜਸਥਾਨ ਦਾ ਨਗੌਰ ਜ਼ਿਲ੍ਹਾ ਸੀਗਾ, ਆਪਾਂ ਵੀ ਯਾਦ ਰੱਖਣਾ। ਇਸ ਤੋਂ ਬਾਅਦ ਸਾਡਾ ਲਾਸਟ ਸ਼ਡਿਊਲ 12ਵਾਂ ਜਿਹੜਾ ਸ਼ਡਿਊਲ ਹੈ ਇਹਦੇ ਵਿੱਚ ਕੀ ਹੈ ਕਿ ਜਿਹੜੀਆਂ ਸਾਡੀਆਂ ਮਿਊਨਸੀਪੈਲਿਟੀਜ਼ ਨੇ, MC ਆਪਾਂ ਕਹਿੰਦੇ ਇਹਨਾਂ ਮਿਊਨਸੀਪੈਲਿਟੀਜ਼ ਬਣਦੀਆਂ ਨੇ ਜਿਹੜੀਆਂ ਕਮੇਟੀਜ਼, ਉਹਨਾਂ ਦੀਆਂ ਪਾਵਰਾਂ ਕੀ ਨੇ, ਉਹਨਾਂ ਦੀਆਂ ਅਥੋਰਟੀਜ਼ ਕੀ ਨੇ। ਇਹਦੇ ਵਿੱਚ ਜਿਹੜੇ 18 ਮੈਟਰ ਨੇਗੇ
ਉਹਨਾਂ ਦਾ ਜ਼ਿਕਰ ਕੀਤਾ ਗਿਆ। ਅਤੇ ਜਿਹੜਾ ਇਹ 74ਵੀਂ ਸੋਧ ਹੋਈ 1992 ਦੇ ਵਿੱਚ ਆਰਟੀਕਲ 243 ਅਧੀਨ ਜਿਹੜਾ ਇਹ ਉਲੇਖ ਕੀਤਾ ਗਿਆ। ਸੋ ਦੋਸਤੋ, ਇਹ ਸੀ ਆਪਣੀ ਅੱਜ ਦੀ ਵੀਡੀਓ, ਜਿਹਦੇ ਵਿੱਚ ਆਪਾਂ ਨੇ ਸਾਡੇ ਸੰਵਿਧਾਨ ਦੇ ਵਿੱਚ ਜਿਹੜੇ 12 ਸ਼ਡਿਊਲ ਨੇ ਉਹਨਾਂ ਬਾਰੇ ਜ਼ਿਕਰ ਕੀਤਾ। ਮੈਂ ਆਸ ਕਰਦਾ ਕਿ ਤੁਹਾਨੂੰ ਇਹ ਜਿਹੜੀ ਜਾਣਕਾਰੀ ਹੈ ਉਹ ਚੰਗੀ ਤਰ੍ਹਾਂ ਸਮਝ ਆ ਗਈ ਹੋਣੀ ਹੈ। ਤਾਂ ਤੁਸੀਂ ਨੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਹੈ, ਇਸ ਵੀਡੀਓ ਨੂੰ ਲਾਈਕ ਕਰਨਾ ਹੈ ਅਤੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਹੈ। ਬਹੁਤ ਬਹੁਤ ਧੰਨਵਾਦ।